ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਦੇ ਨਵਰਾਤਰੀ ਦੇ ਵਿਸ਼ੇਸ਼ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਆਪ ਲਾਹੇ ਪ੍ਰਾਪਤ ਕਰ ਰਹੇ ਹੋ। ਬਹੁਤ ਹੀ ਪਿਆਰ ਦੇ ਨਾਲ ਗੁਰੂ ਘਰ ਦੇ ਕੀਰਤਨੀਆ ਸਿੰਘਾਂ ਪਾਸੋਂ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਤਿਨਾਂ ਦੇ ਸਮੁੱਚੇ ਜਥੇ ਪਾਸੋਂ ਇਲਾਹੀ ਬਾਣੀ ਦੇ ਰਸ ਪਿੰਨੇ ਸ਼ਬਦ ਕੀਰਤਨ ਸਰਵਣ ਕੀਤੇ ਹਨ। ਆਓ ਸਾਧ ਸੰਗਤ ਕੁਝ ਕੁ ਮਿੰਟਾਂ ਵਾਸਤੇ ਆਪੋ ਆਪਣੀ ਸੁਰਤੀ ਬਿਰਤੀ ਇਕਾਗਰ ਕਰੋ, ਗੁਰਮਤਿ ਵਿਚਾਰਾਂ ਨਾਲ ਸਾਂਝ ਬਣਾਈਏ। ਇੱਕ ਵਾਰ ਸਾਰੀ ਸੰਗਤ ਕਰੋ ਕਿਰਪਾਲਤਾ, ਲਵਾਓ ਹਾਜ਼ਰੀ, ਬਖਸ਼ੋ ਅਸੀਸ, ਰਸਨਾ ਕਰੋ ਪਵਿੱਤਰ। ਦੋਵੇਂ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਸੀਸ ਝੁਕਾ ਕੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਆਖਿਆ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਕਹਿੰਦਿਆਂ ਮੁਖ ਪਵਿੱਤਰ ਤੇ ਵਾਹਿਗੁਰੂ ਕਹਿੰਦਿਆਂ ਸਵਾਸਾਂ ਦਾ ਭਲਾ। ਤੁਸੀਂ ਸਤਿਗੁਰ ਜੀਆਂ ਦਾ ਪਾਵਨ ਗੁਰਬਾਣੀ ਦਾ ਸ਼ਬਦ ਸਰਵਣ ਕਰ ਰਹੇ ਸੋ। ਤੁਮ ਕਰੋ ਦਇਆ ਮੇਰੇ ਸਾਈ, ਐਸੀ ਮਤ ਦੀਜੈ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ। ਇਸ ਸ਼ਬਦ ਵਿੱਚ ਗੁਰੂ ਦੇ ਕੋਲੋਂ ਕਿਰਪਾ ਮੰਗੀ ਗਈ ਹੈ, ਔਰ ਕਿਰਪਾ ਦੇ ਅੰਦਰ ਮੰਗਿਆ ਕੀ ਗਿਆ ਹੈ ਵੀ ਹੇ ਸਤਿਗੁਰ ਜੀ ਮੈਨੂੰ ਮਤ ਬਖਸ਼ਿਸ਼ ਕਰੋ। ਸਮਾਗਮ ਕੋਈ ਵੀ ਹੋਵੇ, ਇਹ ਮੈਂ ਕਈ ਵਾਰ ਲਾਈਵ ਤੋਂ ਬੇਨਤੀ ਕੀਤੀ ਹੈ, ਭਾਵੇਂ ਸਤਿਗੁਰੂ ਸਹਿਬਾਨ ਜੀਆਂ ਦਾ ਪ੍ਰਕਾਸ਼ ਪੁਰਬ ਹੈ, ਭਾਵੇਂ ਸਤਿਗੁਰੂ ਸਹਿਬਾਨ ਜੀਆਂ ਦਾ ਕੋਈ ਜੋਤੀ ਜੋਤ ਪੁਰਬ ਹੈ, ਭਾਵੇਂ ਕੋਈ ਸ਼ਹੀਦੀ ਦਿਹਾੜਾ ਹੈ, ਤੇ ਭਾਵੇਂ ਸੰਤ ਮਹਾਂਪੁਰਸ਼ਾਂ ਦੀ ਕੋਈ ਵਰਸੀ ਹੋਵੇ, ਹਰ ਸਮਾਗਮ ਵਿੱਚ ਲਿਖਿਆ ਜਾਂਦਾ ਹੈ ਗੁਰਮਤਿ ਸਮਾਗਮ। ਗੁਰਮਤਿ ਸਮਾਗਮ ਦਾ ਅਰਥ ਇਹ ਹੈ ਵੀ ਜਿੱਥੇ ਆਏ ਹੋਏ ਗੁਰਸਿੱਖਾਂ ਨੇ ਬਹਿ ਕੇ ਗੁਰੂ ਦੀਆਂ ਕਥਾ ਕਹਾਣੀਆਂ ਬਾਣੀ ਇਤਿਹਾਸ ਨਾਲ ਜੁੜਨਾ ਹੈ ਔਰ ਸਾਧ ਸੰਗਤ ਗੁਰੂ ਦੀ ਮੱਤ ਸਿੱਖਣੀ ਹੈ। ਸਮਾਗਮ ਦਾ ਪਰਪਸ ਮਨੋਰਥ ਜਿਹੜਾ ਹੈ ਉਹ ਗੁਰੂ ਦੀ ਮੱਤ ਸਿੱਖਣੀ ਹੁੰਦਾ ਹੈ। ਆਪਾਂ ਗੁਰੂ ਦੇ ਕੋਲੋਂ ਮੱਤ ਸਿੱਖਣ ਵਾਸਤੇ ਆਏ ਆ, ਹੋਰ ਕੋਈ ਗੁਰਮਤਿ ਸਮਾਗਮਾਂ ਦਾ ਪਰਪਸ ਨਹੀਂ ਹੈ। ਬਹੁਤ ਲੋਕ ਇਕੱਠੇ ਕਰਨੇ, ਕਈ ਤਰ੍ਹਾਂ ਦੇ ਪਕਵਾਨ ਬਣਾ ਕੇ ਛਕਾਉਣੇ, ਸਾਧ ਸੰਗਤ ਇਹ ਸਮਾਗਮਾਂ ਦਾ ਪਰਪਸ ਨਹੀਂ ਹੁੰਦਾ। ਉਹ ਤਾਂ ਤੁਸੀਂ ਰੋਜ਼ ਘਰ ਵਿੱਚ ਵੀ ਛਕਦੇ ਹੋ। ਸਭ ਤੋਂ ਪਹਿਲਾਂ ਪਰਪਸ ਦਾ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਕਿਸੇ ਨੂੰ ਪਤਾ ਹੋਵੇ ਕਿ ਮੇਰਾ ਮਨੋਰਥ ਕੀ ਹੈ, ਮੇਰਾ ਪਰਪਸ ਕੀ ਹੈ, ਮੈਂ ਕਿਹੜਾ ਕੰਮ ਕਰ ਰਿਹਾ। ਜਦੋਂ ਉਹਨੂੰ ਇਸ ਗੱਲ ਦਾ ਇਲਮ ਹੋ ਜਾਏ, ਉਹਦੇ ਵਿੱਚੋਂ ਗਿਆਨ ਵੀ ਪੈਦਾ ਹੁੰਦਾ ਹੈ। ਮਾਰਗ ਉੱਤੇ ਤੁਰਨ ਲੱਗਿਆ ਮੰਜ਼ਿਲ ਦਾ ਪਹਿਲਾਂ ਪਤਾ ਹੋਣਾ ਚਾਹੀਦਾ, ਮੈਂ ਜਾਣਾ ਕਿੱਥੇ। ਅਸੀਂ ਲੁਧਿਆਣਿਓਂ ਚੱਲਣ ਲੱਗਿਆ ਪਹਿਲਾਂ ਲੋਕੇਸ਼ਨ ਮੰਗਾਈ ਹੈ ਵੀ ਆਉਣਾ ਜਾਣਾ ਕਿੱਥੇ ਹੈ ਜੀ, ਇਹ ਦੱਸੋ ਵੀ ਪਹੁੰਚਣਾ ਕਿੱਥੇ ਹੈ। ਕਿਉਂਕਿ ਜੇ ਇਹ ਨਾ ਪਤਾ ਹੋਵੇ ਪਹੁੰਚਣਾ ਕਿੱਥੇ ਹੈ, ਫਿਰ ਤੁਸੀਂ ਹਜ਼ਾਰਾਂ ਕਿਲੋਮੀਟਰ ਚੱਲੀ ਜਾਓ, ਤੁਹਾਡਾ ਚੱਲਣਾ ਵਿਅਰਥ ਹੈ। ਜਿੰਨੀ ਦੇਰ ਇਹ ਨਾ ਪਤਾ ਹੋਵੇ ਵੀ ਜਾਣਾ ਕਿੱਥੇ ਹੈ। ਹਰ ਇੱਕ ਕੰਮ ਦਾ ਕੋਈ ਨਾ ਕੋਈ ਪਰਪਸ ਹੁੰਦਾ ਹੈ, ਕੋਈ ਮਨੋਰਥ ਹੁੰਦਾ ਹੈ। ਗੁਰਮਤਿ ਸਮਾਗਮਾਂ ਦਾ ਵੀ ਮਨੋਰਥ ਹੈ। ਸਾਧ ਸੰਗਤ ਅਸੀਂ ਬਹੁਤਾਤ ਵਿੱਚ ਮਨੋਰਥਾਂ ਤੋਂ ਭਟਕ ਗਏ ਆ। ਇਸੇ ਲਈ ਸਾਧ ਸੰਗਤ ਪ੍ਰਚਾਰ ਉੱਤੇ ਲੱਖਾਂ ਕਰੋੜਾਂ ਰੁਪਈਆ ਖਰਚਿਆ ਜਾ ਰਿਹਾ ਹੈ, ਆਊਟਪੁੱਟ ਬਹੁਤ ਘੱਟ ਰੂਪ ਵਿੱਚ ਆ ਰਹੀ। ਅਸੀਂ ਸਮਾਗਮਾਂ ਨੂੰ ਮੇਲਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ।
ਮੇਲਿਆਂ ਵਿੱਚ ਪਕਾਨੇ ਲੋਕ ਖਰੀਦ ਰਹੇ ਨੇ, ਕੋਈ ਝੂਲੇ ਝੂਟ ਰਿਹਾ, ਕੋਈ ਬੱਚਿਆਂ ਨੂੰ ਬਾਹਰੋਂ ਪਾਪੜੀਆਂ ਖਿਲਾ ਰਿਹਾ। ਇਹ ਪਤਾ ਹੀ ਨਹੀਂ ਅੰਦਰ ਕੀ ਹੈ। ਮਹਾਂਪੁਰਸ਼ਾਂ ਦੀ ਵਰਸੀ ਚੱਲ ਰਹੀ ਹੈ, ਬਾਹਰ ਸਾਧ ਸੰਗਤ ਮੇਲਾ ਲੱਗਿਆ ਹੁੰਦਾ ਹੈ। ਉਹਨੂੰ ਫਿਰ ਨਾਮ ਦੇਈਦਾ ਜੋੜ ਮੇਲਾ ਹੈ। ਫਿਰ ਵੀ ਉਹਦੀ ਅਸੀਂ ਗੱਲ ਪਰਪਸ ਸਮਝ ਨਹੀਂ ਸਕੇ। ਮੇਲੇ ਵਿੱਚ ਧੂੜ ਤੇ ਧੱਕੇ ਹੀ ਪ੍ਰਾਪਤ ਹੁੰਦੇ ਨੇ। ਜੋੜ ਮੇਲੇ ਦਾ ਅਰਥ ਹੈ ਜਿੱਥੇ ਰੱਬ ਨਾਲ ਜੁੜਨਾ ਹੈ। ਜੁੜਨ ਵਾਸਤੇ ਕੁਝ ਸਿੱਖਣਾ ਪੈਂਦਾ ਹੈ। ਸਿੱਖਣ ਵਾਸਤੇ ਸੁਰਤ ਦਾ ਸੰਕੀਰਨ ਹੋਣਾ ਬਹੁਤ ਜ਼ਰੂਰੀ ਹੈ, ਇਕਾਗਰਤਾ ਹੋਣੀ ਬਹੁਤ ਜ਼ਰੂਰੀ ਹੈ। ਇਸੇ ਲਈ ਪਾਤਸ਼ਾਹ ਨੇ ਕਿਹਾ ਪ੍ਰਭ ਕੀ ਉਸਤਤ ਕਰੋ, ਨਾਲ ਸਨਮਾਨ ਦੇ ਕੇ ਕਿਹਾ ਸੰਤ ਮੀਤ, ਤੇ ਫਿਰ ਕੰਡੀਸ਼ਨ ਲਾ ਦਿੱਤੀ ਸਾਵਧਾਨ ਇਕਾਗਰ ਚਿਤ। ਜੇ ਕੋਈ ਸਿੱਖਣਾ ਹੈ ਇਕਾਗਰ ਚਿਤ ਹੋਣਾ ਪੈਣਾ। ਬਿਨਾਂ ਇਕਾਗਰਤਾ ਤੋਂ ਸਿੱਖ ਹੀ ਨਹੀਂ ਸਕੋਗੇ। ਬਿਨਾਂ ਕੰਸੈਂਟਰੇਸ਼ਨ ਇਕਾਗਰਤਾ ਤੋਂ ਬਗੈਰ ਤਾਂ ਨਿੱਕੀ ਜਿਹੀ ਸੂਈ ਵਿੱਚ ਧਾਗਾ ਨਹੀਂ ਪੈਂਦਾ। ਜਿਹੜਾ ਗੁਰਮਤਿ ਦਾ ਰੱਬ ਦਾ ਮਾਰਗ ਹੈ ਉਹਨੂੰ ਤਾਂ ਮਹਾਰਾਜ ਨੇ ਕਿਹਾ ਬਹੁਤ ਬਰੀਕ ਮਾਰਗ ਹੈ ਭਾਈ। ਇਹਨੂੰ ਤਾਂ ਇੱਥੋਂ ਤੱਕ ਮਹਾਰਾਜ ਨੇ ਕਿਹਾ ਰਾਈ 10ਵੇਂ ਭਾਏ, ਸਰੋਂ ਦੇ ਦਾਣੇ ਨਾਲੋਂ ਵੀ ਅੱਗੇ 10ਵਾਂ ਹਿੱਸਾ ਬਰੀਕ ਹੈ। ਰਾਈ 10ਵੇਂ ਭਾਏ, ਮਨ ਤੋਂ ਮੈਗਲ ਹੋਏ ਰਹਿਓ, ਨਿਕਸੋ ਕਿਉਂ ਕਹਿ ਜਾਏ। ਇੰਨਾ ਬਰੀਕ ਮਾਰਗ ਹੈ ਕਿ ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀ ਅਤ ਪੀੜੀ। ਗੁਰੂ ਦੀ ਮੱਤ ਕਿਉਂ ਸਿੱਖਣੀ ਹੈ? ਹਰ ਬੰਦਾ ਕਹਿੰਦਾ ਮੈਨੂੰ ਅਕਲ ਬਹੁਤ ਹੈ, ਮੈਨੂੰ ਮੱਤ ਬਹੁਤ ਹੈ, ਮੈਨੂੰ ਸਭ ਕੁਝ ਪਤਾ ਹੈ। ਗੁਰੂ ਦੀ ਮੱਤ ਇਸ ਵਾਸਤੇ ਸਿੱਖਣੀ ਹੈ ਕਿਉਂਕਿ ਬੰਦੇ ਦੀ ਮੱਤ ਅਧੂਰੀ ਹੈ, ਪੂਰੀ ਹੋ ਨਹੀਂ ਸਕਦੀ। ਹਰ ਬੰਦੇ ਦੀ ਮੱਤ ਅਧੂਰੀ ਹੈ। ਕੋਈ ਬੰਦਾ ਦਾਅਵਾ ਨਹੀਂ ਕਰ ਸਕਦਾ ਮੈਂ ਕਦੇ ਜ਼ਿੰਦਗੀ 'ਚ ਕੋਈ ਗਲਤੀ ਨਹੀਂ ਕੀਤੀ। ਇਸ ਗੱਲ ਦਾ ਦਾਅਵਾ ਕੋਈ ਇਨਸਾਨ ਨਹੀਂ ਕਰ ਸਕਦਾ। ਕਿਉਂ? ਮੱਤ ਅਧੂਰੀ ਹੈ। ਇਸ ਸੰਸਾਰ ਵਿੱਚ ਜਿਹਨੂੰ ਰੱਬ ਨੇ ਪੈਦਾ ਕੀਤਾ ਉਹਦੇ ਅੰਦਰ ਸਾਧ ਸੰਗਤ ਕੋਈ ਨਾ ਕੋਈ ਗੁਣ ਔਗਣ ਕਮੀ ਘਾਟ ਕਮਜ਼ੋਰੀ ਸਭ ਕੁਝ ਰੱਬ ਨੇ ਰੱਖਿਆ ਹੋਇਆ ਹੈ। ਕੋਈ ਦਾਅਵਾ ਨਹੀਂ ਕਰ ਸਕਦਾ ਮੈਂ ਤਾਂ ਪੂਰਾ ਹੋ ਗਿਆ ਜੀ। ਕੋਈ ਬੰਦਾ ਪਰਫੈਕਟ ਨਹੀਂ ਹੈ, ਸਾਰੀ ਦੁਨੀਆ ਇੰਪਰਫੈਕਟ ਹੈ। ਹਾਂ, ਜੇ ਕੋਈ ਪੂਰਾ ਹੈ, ਪਰਫੈਕਟ ਹੈ, ਜਿਹਨੇ ਕਦੇ ਕੋਈ ਭੁੱਲ ਗਲਤੀ ਨਹੀਂ ਕੀਤੀ, ਉਹ ਸਿਰਫ ਦੋ ਹਸਤੀਆਂ ਨੇ, ਇੱਕ ਸਤਿਗੁਰੂ ਤੇ ਦੂਜਾ ਅਕਾਲ ਪੁਰਖ ਰੱਬ। ਬਾਕੀ ਸਾਰੀ ਦੁਨੀਆ ਭੁੱਲ ਕਰਦੀ ਹੈ। ਤਾਈਓ ਪਾਤਸ਼ਾਹ ਨੇ ਕਿਹਾ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਗੁਰੂ ਤੇ ਰੱਬ ਕਦੇ ਭੁੱਲ ਨਹੀਂ ਕਰਦੇ। ਸੰਸਾਰ ਸਦਾ ਹੀ ਭੁੱਲ ਕਰਦਾ ਹੈ। ਬੰਦੇ ਦੀ ਮੱਤ ਸਦਾ ਅਧੂਰੀ ਹੈ। ਸਾਧ ਸੰਗਤ ਵੱਡੇ ਵੱਡੇ ਗਿਆਨਵਾਨ ਬੰਦਿਆਂ ਕੋਲੋਂ ਵੱਡੀਆਂ ਵੱਡੀਆਂ ਗਲਤੀਆਂ ਹੋ ਜਾਂਦੀਆਂ। ਵੱਡੇ ਵੱਡੇ ਸਿਆਣੇ ਪੁਰਸ਼ਾਂ ਕੋਲੋਂ ਬਹੁਤ ਵੱਡੀਆਂ ਵੱਡੀਆਂ ਭੁੱਲਾਂ ਜ਼ਿੰਦਗੀ ਵਿੱਚ ਹੋ ਜਾਂਦੀਆਂ। ਇਸ ਲਈ ਆਪਾਂ ਗੁਰੂ ਦੇ ਕੋਲ ਕਿਉਂ ਆਏ ਆ? ਮੱਤ ਸਿੱਖਣ ਵਾਸਤੇ। ਪਾਤਸ਼ਾਹ ਸਾਨੂੰ ਮੱਤ ਦਿਓ। ਔਰ ਮੱਤ ਵਿੱਚ ਬੇਨਤੀ ਰੂਪ ਮੰਗਿਆ ਕੀ ਹੈ? ਮਹਾਰਾਜ ਤੁਹਾਡਾ ਨਾਮ ਨਾ ਵਿਸਰੇ। ਕਿਉਂ? ਜਦੋਂ ਨਾਮ ਤੋਂ ਦੂਰ ਹੋ ਗਏ ਉਦੋਂ ਭੁੱਲ ਜ਼ਰੂਰ ਹੋਏਗੀ। ਜਦੋਂ ਅਕਾਲ ਪੁਰਖ ਰੱਬ ਤੋਂ ਦੂਰ ਚਲੇ ਗਏ ਉਦੋਂ ਸਾਧ ਸੰਗਤ ਭੁੱਲਾਂ ਜ਼ਰੂਰ ਹੁੰਦੀਆਂ ਨੇ। ਜੇ ਕੋਈ ਭੁੱਲਾਂ ਤੋਂ ਬਚਾ ਸਕਦਾ ਹੈ, ਜਿਹੜਾ ਅਭੁੱਲ ਹੈ ਉਹ ਬਚਾ ਸਕਦਾ ਹੈ। ਜਿਹਨੂੰ ਸਾਧ ਸੰਗਤ ਤੋਂ ਚੀਜ਼ ਦੀ ਨੌਲੇਜ ਨਹੀਂ, ਉਹ ਕਿਵੇਂ ਉਹਨੂੰ ਬਚਾ ਲਏਗਾ? ਇਸੇ ਲਈ ਪਾਤਸ਼ਾਹ ਨੇ ਕਿਹਾ ਮੱਤ ਮੰਗਣੀ ਹੈ। ਤੁਸੀਂ ਜਪਜੀ ਸਾਹਿਬ ਦੇ ਅੰਦਰ ਵੀ ਜਦੋਂ ਪੌੜੀ ਪੜੋਗੇ ਉਦੋਂ ਮੱਤ ਮੰਗੀ ਗਈ ਹੈ। ਹੱਥ ਜੋੜ ਕੇ ਗੁਰੂ ਨੂੰ ਕਿਹਾ ਜਾਂਦਾ ਪਾਤਸ਼ਾਹ ਮੈਨੂੰ ਮੱਤ ਦਿਓ ਗੁਰਾ। ਹੇ ਸਤਿਗੁਰੂ, ਇੱਕ ਦੇਹ ਬੁਝਾਈ, ਬੁਝਾਈ ਦਾ ਅਰਥ ਅਕਲ। ਮਹਾਰਾਜ ਮੈਨੂੰ ਮੱਤ ਦਿਓ। ਮੰਗਿਆ ਕੀ ਮੱਤ ਵਿੱਚ? ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਆਓ ਪਹਿਲਾਂ ਗੁਰੂ ਕੋਲੋਂ ਮੱਤ ਮੰਗੀਏ। ਆਖੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ। ਪਾਤਸ਼ਾਹ ਨੇ ਕਿਹਾ ਰੋਜ਼ 2 ਵਾਰ ਦੁਹਰਾ ਕੇ ਪੜਿਆ ਕਰ। ਜਦੋਂ ਜਪਜੀ ਸਾਹਿਬ ਪੜੋਗੇ 2 ਪੌੜੀਆਂ ਨਾਲ ਆਉਣੀ ਹੈ ਪੌੜੀ। 2 ਪੌੜੀਆਂ ਨਾਲ ਦੁਹਰਾ ਕੇ ਲਿਖਿਆ ਗੁਰੂ ਦੇ ਕੋਲੋਂ ਇਸ ਤਰ੍ਹਾਂ ਮੱਤ ਮੰਗਣੀ ਹੈ। ਹੇ ਸਤਿਗੁਰੂ ਕਿਰਪਾ ਕਰੋ ਮੈਨੂੰ ਅਕਲ ਦਿਓ। ਮੈਂ ਮਹਾਂਪੁਰਸ਼ਾਂ ਦੇ ਕੋਲ ਬੈਠਾ, ਉਹ ਮੈਨੂੰ ਪਿਆਰ ਨਾਲ ਕਹਿੰਦੇ ਗਿਆਨੀ ਜੀ ਜਪਜੀ ਸਾਹਿਬ ਕਿੰਨੇ ਕੁ ਚਿਰ 'ਚ ਪੜ੍ਹ ਲੈਂਦੇ ਹੋ? ਜ਼ਿੰਦਗੀ 'ਚ ਤੁਹਾਡੇ ਵੀ ਗੱਲ ਕੰਮ ਆਏਗੀ। ਮੈਂ ਉਹਨਾਂ ਨੂੰ ਕਿਹਾ ਜੀ 10-12 ਮਿੰਟ ਲੱਗਦੇ ਨੇ।
ਜਪਜੀ ਸਾਹਿਬ ਪੜ੍ਹਨ ਨੂੰ 10-12 ਮਿੰਟਾਂ ਵਿੱਚ ਜਪਜੀ ਸਾਹਿਬ ਕਰ ਲਈਦਾ। ਮੈਨੂੰ ਲੱਗਾ ਉਹ ਸ਼ਾਬਾਸ਼ ਦੇਣਗੇ, ਪਰ ਸਾਧ ਸੰਗਤ ਉਹ ਥੋੜੇ ਜਿਹੇ ਗੰਭੀਰ ਤੇ ਉਦਾਸ ਹੋ ਕੇ ਬੋਲੇ, ਕਹਿੰਦੇ ਅੱਛਾ ਜੀ 10-12 ਮਿੰਟਾਂ ਵਿੱਚ ਜਪਜੀ ਸਾਹਿਬ ਕਰ ਲੈਂਦੇ ਹੋ? ਮੈਂ ਕਿਹਾ ਜੀ ਹਾਂ 10-12 ਮਿੰਟਾਂ ਵਿੱਚ ਬਾਬਾ ਜੀ ਕਰ ਲਈਦਾ। ਅੱਗੋਂ ਨਾ ਜਵਾਬ ਦਿੱਤਾ। ਫਿਰ ਉਹ ਬੋਲੇ, ਕਹਿੰਦੇ ਅੱਛਾ ਜੀ, ਕਹਿੰਦੇ ਸਾਨੂੰ ਤਾਂ ਕਈ ਵਾਰ 50 ਮਿੰਟ ਵੀ ਲੱਗ ਜਾਂਦੇ ਜਪਜੀ ਸਾਹਿਬ ਪੜ੍ਹਨ ਵਿੱਚ। ਮੈਨੂੰ ਲੱਗਾ ਹੌਲੀ ਹੌਲੀ ਕਰਦੇ ਹੋਣਗੇ। ਕਹਿੰਦੇ ਗਿਆਨੀ ਜੀ ਸਾਨੂੰ ਤਾਂ 50 ਮਿੰਟ ਵੀ ਲੱਗ ਜਾਂਦੇ ਕਈ ਵਾਰ ਜਪਜੀ ਸਾਹਿਬ ਪੜ੍ਹਨ ਲੱਗੇ, ਤੁਸੀਂ 10-12 ਮਿੰਟ ਵਿੱਚ ਹੀ ਪੜ੍ਹ ਲੈਂਦੇ ਹੋ। ਜਿਹੜੀ ਉਸ ਤੋਂ ਅਗਲੀ ਗੱਲ ਕਹੀ ਉਹ ਤਾਂ ਵਾਕਿਆ ਦਿਲ ਤੇ ਟੱਕ ਪਾਉਣ ਵਾਲੀ ਸੀ। ਉਹ ਬੜੇ ਗੰਭੀਰ ਹੋ ਕੇ ਬੋਲੇ, ਕਹਿੰਦੇ ਗਿਆਨੀ ਜੀ ਬਸ ਪੜ੍ਹਦੇ ਹੀ ਹੋ ਜਪਜੀ ਸਾਹਿਬ, ਗੁਰੂ ਨਾਲ ਗੱਲਾਂ ਨਹੀਂ ਕਰਦੇ ਕਦੇ? ਬਾਣੀ ਕੱਲੀ ਪੜ੍ਹਨੀ ਨਹੀਂ ਹੈ, ਗੁਰੂ ਨਾਲ ਗੱਲਾਂ ਵੀ ਕਰਨੀਆਂ। ਕੱਲੀ ਪੜ੍ਹਦੇ ਹੀ ਹੋ ਜਪਜੀ ਸਾਹਿਬ, ਕਦੇ ਗੁਰੂ ਨਾਲ ਗੱਲਾਂ ਨਹੀਂ ਕਰਦੇ? ਫਿਰ ਮੈਂ ਅਦਬ ਨਾਲ ਹੱਥ ਜੋੜ ਕੇ ਕਿਹਾ ਜੀ ਗੱਲ ਕਿਵੇਂ ਕਰੀਦੀ ਹੈ ਉਹ ਸਿਖਾ ਦਿਓ। ਕਹਿੰਦੇ ਗੱਲ ਹੀ ਤਾਂ ਹੈ, 2-2 ਵਾਰ 4-4 ਵਾਰ ਜਪਜੀ ਸਾਹਿਬ ਦੁਹਰਾ ਕੇ ਪੌੜੀਆਂ ਲਿਖੀਆਂ ਨੇ। ਇੱਕ ਪੌੜੀ ਨਾਲ 2 ਵਾਰ ਦੁਹਰਾ ਕੇ ਗੁਰਾਂ ਇੱਕ ਦੇ ਬੁਝਾਈ, ਫਿਰ 4 ਵਾਰ ਦੁਹਰਾ ਕੇ ਲਿਖਿਆ ਹੋਇਆ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਫਿਰ ਦੁਹਰਾ ਕੇ ਲਿਖਿਆ ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਕਿੰਨੀ ਵਾਰ ਦੁਹਰਾ ਕੇ ਹਰ ਪੌੜੀ ਨਾਲ ਲਿਖਿਆ। ਕਹਿੰਦੇ ਗੱਲ ਹੀ ਤਾਂ ਕਰਨੀ ਹੈ। ਜੇ ਕੋਈ ਏਦਾਂ ਪਿਆਰ ਨਾਲ ਪੜ੍ਹੇ, ਕਵੇ ਗੁਰੂ ਨੂੰ, ਹੇ ਸਤਿਗੁਰ ਜੀ ਮੈਨੂੰ ਇੱਕ ਅਕਲ ਦਿਓ, ਮੈਨੂੰ ਤੁਹਾਡਾ ਨਾਮ ਨਾ ਵਿਸਰੇ। ਜਦੋਂ ਜਪਜੀ ਸਾਹਿਬ ਪੜ੍ਹੋ, ਇਹ ਗੁਰੂ ਦੀ ਮੱਤ ਹੈ ਕਿ ਏਦਾਂ ਗੁਰੂ ਕੋਲੋਂ ਪਹਿਲਾਂ ਮੱਤ ਮੰਗ। ਕੀ ਕਹਿਣਾ? ਹੱਥ ਜੋੜ ਕੇ ਦੁਹਰਾ ਕੇ ਕਹਿਣਾ, ਗੁਰਾ ਇੱਕ ਦੇ ਬੁਝਾਈ। ਆਖੋ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ। ਇੱਕ ਵਾਰ ਮੰਗੀਏ ਸਾਰੇ, ਗੁਰਾ ਇੱਕ ਦੇ ਬੁਝਾਈ, 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 ਗੁਰਾ ਇੱਕ ਦੇ ਬੁਝਾਈ। ਗੱਜ ਕੇ ਗੁਰਾ ਇੱਕ ਦੇ, ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਸੋ ਮੈਂ ਵਿਸਰ ਨ ਜਾਈ, ਸੋ ਮੈਂ ਵਿਸਰ ਨ ਜਾਈ, ਸੋ ਮੈਂ ਵਿਸਰ ਨ ਜਾਈ, ਸੋ ਮੈਂ ਵਿਸਰ। ਗੁਰਾ ਇੱਕ ਦੇ ਬੁਝਾਈ, ਗੁਰਾ ਇੱਕ ਦੇ ਬੁਝਾਈ, ਗੁਰਾ ਇੱਕ ਦੇ ਬੁਝਾਈ, ਗੁਰਾ ਇੱਕ। ਇਹ ਗੁਰੂ ਦੇ ਕੋਲੋਂ ਮੱਤ ਸਿੱਖਣੀ ਹੈ। ਮੈਂ ਸਵੇਰੇ ਵੀ ਦਰਬਾਰ ਸਾਹਿਬ ਤੋਂ ਇਹ ਬੇਨਤੀ ਕਹੀ, 84 ਲੱਖ ਜੁੰਦਾਂ ਵਿੱਚੋਂ ਇੱਕ ਬੰਦਾ ਹੈ ਜਿਹਨੇ ਸਾਧ ਸੰਗਤ ਸਭ ਤੋਂ ਵੱਧ ਤਰੱਕੀ ਕੀਤੀ ਹੈ। ਬੋਲਣ ਦੀ ਸਮਰੱਥਾ, ਸ਼ਬਦ ਘੜਨ ਦੀ ਜੁਗਤ ਅਕਾਲ ਪੁਰਖ ਰੱਬ ਨੇ ਸਿਰਫ ਮਾਨਸ ਦੇਹੀ ਨੂੰ ਦਿੱਤੀ ਹੈ। ਉਹ ਪੰਛੀ ਵੀ ਬੋਲਦੇ ਨੇ, ਜਾਨਵਰ ਵੀ ਬੋਲਦੇ ਨੇ, ਪਰ ਸਾਧ ਸੰਗਤ ਮਾਫ ਕਰਿਓ, ਕੁਝ ਕੁ ਪੰਛੀ ਬੰਦਿਆਂ ਦੀ ਭਾਸ਼ਾ ਬੋਲਣਗੇ, ਉਹ ਵੀ ਸਿਖਾਏ ਹੋਏ ਕੁਝ ਕੁ ਅੱਖਰ। ਅਦਰਵਾਈਜ਼ ਪੰਛੀਆਂ ਨੇ ਭਾਸ਼ਾ ਦੇ ਅੰਦਰ ਕੋਈ ਤਰੱਕੀ ਨਹੀਂ ਕੀਤੀ ਬੋਲਣ ਵਿੱਚ। ਦੁਆਪਰ ਵਿੱਚ ਜਿਵੇਂ ਕਾਮ ਬੋਲਦੇ ਸੀ ਕ੍ਰਿਸ਼ਨ ਦੇ ਵੇਲੇ, ਉਸੇ ਤਰ੍ਹਾਂ ਹੁਣ ਬੋਲਦੇ ਨੇ। ਹੁਣ ਵੀ ਤੇ ਕਾਂ 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 ਹੀ ਕਰਦੇ ਨੇ।
चिड़ियां त्रेते दे अंदर ची बोलदियां सी, हुण भी उस तरह बोलदियां ने। एक 84 लाख जूनां विच मनुख है जिन्हें बड़ी जबरदस्त तरक्की की है भाषा दे अंदर। एक बंदे ने कई भाषावां सिख लईआं ने। एक मानस देही विच बंदा है जिहड़ा कई भाषावां बोल लैंदा है। हुण तुहाडे बच्चे बाहर विदेश में जाते हैं इस करके वो पंजाबी भी जानते हैं, हिंदी भी जानते हैं, इंग्लिश भी सीखते हैं, कुछ बच्चे फ्रेंच भी सीखते हैं। एक बंदे ने कई भाषावां बोलनियां सिख लईआं ने। भाषा बोलण विच बंदे ने दूजे जीव जंतुओं के मुकाबले बड़ी जबरदस्त तरक्की की है। पर साध संगत जदों गुरु ग्रंथ साहिब महाराज तो मत लवांगे उदों सतगुरु कहणगे तेरा बोलिया सब व्यर्थ है, भावें तू सैकड़े भाषावां सिख लईआं ने। गुरु कोलों पुछ बोलिया परवान की है, गुरु कोलों पुछ बोलना की है। जदों गुरु कोलों सिखांगे गुरु दी मत आएगी, फिर पातशाह कहणगे बाबा बोले पत होए, उत्तम से दर उत्तम कईए नीच करम बै रोए। भाई गुरु कोलों बोलना सिख बोलना की है। आज जो कोई तू बोल रहे हैं ये तो सब कुछ रसातल व्यर्थ है। बोलना की है इस रसना नाल जप सतनाम श्री वाहिगुरु। सा रसना धन धन है मेरी जिंदड़ीए, गुण गावे हर प्रभ केरे राम। गुरु कोलों बोलना सिख। जदों गुरु कोलों सिखांगे फिर पातशाह कहणगे रब दी भाषा विच रब नाल गल कर। जिहड़ी कंट्री विच जांदे उत्थों दी भाषा सिखी दी है, ताइयों तुहाडी गल हो पाएगी। जे रब दे देश जाना है फिर गुरु ने वचन कहा भाई रब दी भाषा सिख जे रब नाल गल करनी। महाराज रब दी भी कोई लैंग्वेज है, रब दी भी कोई भाषा है। रब नाल गल करनी फिर रब दी भाषा, रब दी एक लैंग्वेज है जिन्हों सतगुरु जपजी साहब अंदर कहा रब दी भाषा है प्रेम। ओनू प्रेम नाल जप, ओनू प्रेम नाल बुला, रब तेरे नाल बोल पैगा। क्योंकि साचा साहिब साच नाए भाख्या भाओ अपार। भाख्या का अर्थ बोली, भाओ का अर्थ प्रेम। रब दी भाषा प्रेम है, ओनू प्रेम नाल चेते कर। ताइयों श्री गुरु गोबिंद सिंह महाराज जी ने एक निर्णय दे दिता है, कहते अखां बंद करके घंटिया बधी बह लैना। इहदे नाल की है, ऐ तां होर जीव जंतु भी बह लैंदे। सानू बहन वालियां नू फिर सीधा कह दिता है ते बगला भी बह लैंदा है। ओदे अंदर भी कपट है, तेरे अंदर भी कपट है। फिर तेरे अखां बंद करके बहन नाल रब नहीं मिलेगा। दूजी गल कई ना रब ध्यानियां नू मिलदा है ते ना रब इशनानियां नू मिलदा है। करी चल तीर्थां ते इशनान, कई चल मैं 5 बार हेमकुंड साहब जाया, भावें 5 बार होर जाए। कह मैं तो हरेक मस्या ते नहा के आउना दरबार साहब, सारी उम्र नहाई चल। नहाउण नाल की हुंदा है, जे नहाउण नाल ही रब मिलदा होवे फिर तां डड्डियां मच्छियां विच ही रहिंदियां ने, उत्थे मिल जाना चाहिए रब। जल के मज्जन जे गत होवे, नित नित मेंढक नहावे, जैसे मेंढक तैसे ओए नर फिर जोनी आवे। माफ करियो, नहाउण तो गुरु ने ये वरजिया नहीं है। फिर आपां सवाल खड़ा हुंदा है भी सरोवर क्यों बने ने। और मैं कई बार लाइव कहना ना, कदे किसी दे तीर्थ की निंदिया ना करो। ऐ ना कहो लो जी हिंदू एवं उत्थे तीर्थां ते नहाई जाते हैं, 68 तीर्थां ते नहाउंदे ने, प्रयाग समझ जाते हैं। नहीं, आपां किसे नूं कवांगे वो सानू भी कहणगे तुसीं अमृतसर सरोवर क्यों नहाउंदे हो। गुरु ने नहाउण तो वरजिया नहीं है, इशनान करन लई कहा है। पर पातशाह कहते गुरु की मत लैके इशनान करी। अपनी मत नाल नहाउण नाल की हुंदा है, सारी उम्र तीर्थां ते जाई चल। जदों गुरु की मत नाल तीर्थ ते नहाण जाओगे फिर पातशाह कहणगे नहा जरूर, पर नाल आ कम करके कर इशनान, सिमर प्रभ अपना। पढ़ो, कर इशनान सिमर प्रभ, मन तन भय आरोगा, कोट बिघन लाथे प्रभ शरणा, प्रगटे बले संजोगा। ऐदा नहा भाई, इशनान कर, नाल सिमर। ते असी अपनी मत नाल जाने करदे की आ। मैं बड़ा हैरान हुंदा और मन दुखी भी हुंदा है। दरबार साहब पहुंचदे सार लोग परिक्रमा उतरदे पहला काम पता की करनगे, हरमंदर साहब वाल पिठ करके सैल्फी पाउणगे लैके नेट ते।
लो जी असी दरबार साहब पहुंच गए। ये साडी मत है। ਤੁਹਾਡੀ फोटो 500 बंदियां तक पहुंच जाएगी, तुसी दरबार साहब चले गए हो। कदे ये सोचो सिखा तेरी सुरती दी फोटो गुरु रामदास साहब दे चरनां विच हाजरी लग जाए तो लोकां नूं की विखाउने तू कित्थे गए। ये साडी मत नाल असीं इशान करते। श्री गुरु गोबिंद सिंह महाराज जी ने बचन कहा, कहते भाई ना रब ध्यानियां नूं मिलदा है ना रब इशनानियां नूं मिलदा है, ते तीजी गल फिर साडे वल कई कोई ज्ञानी भी महान ना कर ले ना रब ज्ञानियां नूं मिलदा है। सारी उम्र कोई बख्यान करी जावे रब नहीं मिलदा। इहदा कोई दावा थोड़ी भी मैं कहां मैनूं 20 साल हो गए कथा करदे, ये रब नूं मिलदा पैमाना नहीं है कोई। श्री गुरु गोबिंद सिंह महाराज कलगीधर पातशाह कहते सारी उम्र वख्यान करी जाओ नहीं रब नूं मिलदा। रब दी भाषा सिख, जे रब नाल गल करनी फिर कोई भाषा है वो भाओ है, प्रेम है। साचा साहिब साच नाए भाख्या भाओ अपार। रब नाल गल करनी फिर रब दी भाषा सिख, वो प्रेम है। पढ़ो, तुहानूं सवैया याद है, तुसीं रोज पढ़दे हो। पहली गल हजूर ने कही, कहा भयो की होया बई, जो दो लोचन मूंद के बैठ रहे बक ध्यान लगायो। दूजी गल, न हाथ फिरो लिए सात समुंदरन, लोक गयो पर लोक गवायो। तीजी गल फिर ज्ञानियों नूं भी कहता, कहते वास की हो बख्यान सु बैठ के, ऐसे ही ऐसे सो बैस बतायो। साज कहो सुन लियो सब जिन प्रेम कियो तिन ही प्रभ पायो। प्रेम भाषा है रब दी, ओदे नाल मिलने। प्रेम मार्ग है ओनू मिलने वास्ते। और साध संगत जिथे प्रेम आ जाए उथे दसम पातशाह का हुक्म है, प्रेम को प्रभाव ऐसो प्रेम तहां नेम कैसो। जिथे प्रेम पैदा हो जाए उथे नेम भी थले रह जाता है। नेम चाहिए प्रेम बनाने वास्ते, जदों प्रेम बन जाए फिर नेम भी नहीं कम होंदे। शुरुआत विच किसी नाल रिश्ता तुसीं बनाउंदे हो, भैन भरा मित्र दोस्त, उहदे अंदर की करीदा, बड़ी रिस्पैक्ट नाल बोलीदा, इको कटा रिस्पैक्ट नाल जी कहीदा, आओ जी कहीदा, आप जी कित्थों आए हो, तुसीं की करदे हो, इदां बोलीदा। जे रिस्पैक्ट नाल नहीं बोलोगे रिश्ता बनने तो पहले टुट जाएगा। सामने वाला कह गए तो मूर्ख है, इहनूं बोलण दी सेंस नहीं है। पहला रिश्ते दे अंदर आपां तुसीं कह के बुलाई दे, आप जी कह के बुलाई दे, तुसीं की करदे हो, कित्थों आए हो जी, आपां जी कह के तुसीं कह के आप कह के बुलाई दे। ते जदों प्रेम पक्का हो जाए, माफ करियो, फिर तू कहण विच भी आनंद वखरा है, क्योंकि प्रेम जो बन गया। हुण तुसीं तू आप वाली जिहड़ी फॉर्मैलिटी वो खत्म हो गई। हुण तां तू कहण विच भी आनंद है। फिर तां रब दी जदों प्यार वालियां रब नाल प्रेम पाया, उदों रब दे भगतां ने, रब दे जनां ने फिर रब नूं यार कह के भी बुलाया। फिर इत्थे थोड़ी गल है, फिर तां उहनूं तू कह के भी बुलाया। उस तो पहला प्रेम, उस तो पहला रिस्पैक्ट जरूरी है। प्रेम को प्रभाव ऐसो प्रेम तहां नेम कैसो। नेम चाहिए, जदों प्रेम बन जाए नेम नहीं फिर उत्थे रही। छेवें पातशाह के चरणों में, क्योंकि सतगुरु का प्रकाश पुरब है और हजूर का वसाया नगर है, एक माई आई, उन्हें सेवादार तो पूछ लिया, मैं अरदास करनी है किवें करां। पूछना चंगी गल है। उन्हें कहा माही लैन विच लग जा, कतार विच खलो जा, जदों तेरी वारी आवे ना, जो तू मंगना है वो तो तेनों पता ही है, पर जदों छेवें पातशाह कोल तेरी वारी आवे, हाथ जोड़ के कही, सच्चे पातशाह तुसीं दाते, असीं तुहाडे दर दे मंगते, पातशाह असीं पापी, तुसीं बख्शणहार, किरपा करो महाराज आ चीज बख्श दिओ। फिर वो मंग लई जो चाहिए। जिवें आपां अरदास करन लगे पहलां कहीदा, हे निमाणियां दे मान, निताणियां दे ताण, न्योटियां दी ओट। वो माई विचारी रटी गई, कतार विच खलोतियां रट रही है, विआह कुछ कहना, हे सच्चे पातशाह असीं पापी, तुसीं बख्शणहार, दाता असीं मंगते, तुसीं दाते, किरपा करो। वो सोच रही इदां विचार रट रही, जदों दी वारी आ गई ना नर्वस हो गई। सच्चे पातशाह तक पहुंचदे ओदी वारी आई ते एकदम बोल पलट गए, हाथ जोड़ के अखां जुड़ियां होईयां ने,
ਵਿਰਾਗ ਤੇ ਪਿਆਰ ਜਾ ਕੇ ਕਹਿੰਦੀ ਮਹਾਰਾਜ ਤੁਸੀਂ ਮੰਗਤੇ ਅਸੀਂ ਦਾਤੇ, ਤੁਸੀਂ ਪਾਪੀ ਅਸੀਂ ਬਖਸ਼ਣਹਾਰ। ਇੱਕਦਮ ਸੇਵਾਦਾਰ ਉੱਠਿਆ, ਹਲੂਣਾ ਦੇ ਕੇ ਕਿਹਾ ਮਾਈ ਇਹ ਕੀ ਕਹੀ ਜਾਂਦੀ ਹੈ? ਡਰ ਗਈ, ਕਹਿੰਦੀ ਮਹਾਰਾਜ ਗਲਤੀ ਹੋ ਗਈ। ਮਹਾਰਾਜ ਨਹੀਂ, ਅਸੀਂ ਪਾਪੀ ਤੁਸੀਂ ਬਖਸ਼ਣਹਾਰ। ਛੇਵੇਂ ਪਾਤਸ਼ਾਹ ਮੁਸਕਰਾ ਕੇ ਬੋਲੇ, ਕਹਿੰਦੇ ਮਾਈ ਜੋ ਤੂੰ ਪਹਿਲਾਂ ਕਿਹਾ ਉਹੀ ਪ੍ਰਵਾਨ ਹੈ, ਤੂੰ ਦੱਸ ਚਾਹੀਦਾ ਕੀ ਹੈ? ਪਹਿਲਾਂ ਜੋ ਬੋਲਿਆ ਉਹ ਭਾਵਨਾ ਨਾਲ ਬੋਲਿਆ, ਉਹ ਪ੍ਰੇਮ ਨਾਲ ਬੋਲਿਆ। ਤੈਨੂੰ ਅੱਖਰਾਂ ਦਾ ਧਿਆਨ ਨਹੀਂ, ਤੂੰ ਕੀ ਕਿਹਾ? ਤੇਰੇ ਅੰਦਰ ਉਦੋਂ ਪ੍ਰੇਮ ਸੁਰਤ ਜੁੜੀ ਹੋਈ ਸੀ। ਜੋ ਤੂੰ ਹੁਣ ਕਹਿ ਰਹੀ ਹੋ ਕਿਸੇ ਦਾ ਸਿਖਾਇਆ ਹੋਇਆ ਕਹਿ ਰਹੀ ਹੈ। ਜੋ ਤੂੰ ਪਹਿਲਾਂ ਕਿਹਾ ਅੰਦਰ ਦਾ ਪ੍ਰੇਮ ਸੀ। ਸਾਧ ਸੰਗਤ ਤਾਈਓ ਪਾਤਸ਼ਾਹ ਨੇ ਕਿਹਾ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਭਾਣੇ, ਜਿਨ੍ਹਾਂ ਦੀ ਅੰਦਰੋਂ ਪ੍ਰੀਤ ਹੈ, ਜੇ ਬਾਹਰੋਂ ਕੁਝ ਐ ਵੀ ਬੋਲ ਦੇਣ ਉਹ ਤਾਂ ਵੀ ਪ੍ਰਵਾਨ ਹੈ। ਛੇਵੇਂ ਪਾਤਸ਼ਾਹ ਨੇ ਕਿਹਾ ਮੰਗ ਮਾਈ ਚਾਹੀਦਾ ਕੀ ਹੈ? ਫਿਰ ਉਹਨੇ ਮੰਗਿਆ, ਕਿਉਂਕਿ ਸੰਸਾਰੀ ਚੀਜ਼ਾਂ ਮੰਗਣ ਦੀ ਸਾਨੂੰ ਬੜੀ ਯੋਗਤਾ ਹੈ। ਉਹਨੇ ਫਿਰ ਮੰਗ ਕੀਤੀ, ਕਹਿੰਦੇ ਮਹਾਰਾਜ ਮੈਂ ਮਰਨ ਤੋਂ ਪਹਿਲਾਂ ਆਹ ਕੁਝ ਵੇਖ ਕੇ ਜਾਣਾ ਚਾਹੁੰਦੀ ਆ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੋਲੇ, ਕਹਿੰਦੇ ਦੱਸ ਕੀ ਚਾਹੀਦਾ? ਕਹਿੰਦੇ ਸੱਚੇ ਪਾਤਸ਼ਾਹ ਕਿਰਪਾ ਕਰੋ, ਮਰਨ ਤੋਂ ਪਹਿਲਾਂ ਮੈਂ ਆਹ ਦਿਨ ਦੇਖ ਕੇ ਮਰਾਂ। ਮਹਾਰਾਜ ਮੇਰੇ ਘਰ 'ਚ ਚੁਬਾਰਾ ਪਿਆ ਹੋਵੇ ਤੇ ਚੁਬਾਰੇ ਵਿੱਚ ਮੇਰੀ ਨੂੰਹ ਚਾਂਦੀ ਦੀ ਮਧਾਣੀ ਦੇ ਨਾਲ ਦਹੀਂ ਰਿੜ ਕੇ ਦੁੱਧ ਰਿੜ ਕੇ ਉਹਦੀ ਗੋਦੀ 'ਚ ਛੋਟਾ ਜਿਹਾ ਕਲਾਲ ਹੋਵੇ ਤੇ ਮਹਾਰਾਜ ਮੇਰੀ ਨੂੰਹ ਰਸਨਾ ਤੋਂ ਜਪਜੀ ਸਾਹਿਬ ਪੜ੍ਹਦੀ ਹੋਵੇ। ਬਸ ਇੰਨੀ ਕੁ ਕਿਰਪਾ ਕਰ ਦਿਓ, ਆ ਕੁਝ ਦੇਖ ਕੇ ਜਾਵਾਂ ਦੁਨੀਆ ਤੇ। ਛੇਵੇਂ ਪਾਤਸ਼ਾਹ ਮੁਸਕਰਾ ਪਏ, ਹੱਸ ਪਏ। ਸਤਿਗੁਰੂ ਬਚਨ ਕਿਹਾ, ਕਹਿੰਦੇ ਮਾਈ ਸਭ ਕੁਝ ਮਿਲੇਗਾ। ਨਾਲ ਹਜ਼ੂਰ ਨੇ ਸੰਗਤ ਨੂੰ ਕਿਹਾ, ਕਹਿੰਦੇ ਭਾਈ ਦੇਖੋ ਇਹਨੇ ਕੀ ਮੰਗ ਲਿਆ। ਪਾਤਸ਼ਾਹ ਕਹਿੰਦੇ ਨੇ ਦੋ ਸ਼ਬਦਾਂ ਵਿੱਚ ਸਾਰਾ ਕੁਝ ਮੰਗ ਲਿਆ। ਪਹਿਲੀ ਗੱਲ ਇਹਦੇ ਘਰ ਵਿੱਚ ਗਰੀਬੀ, ਇਹਨੇ ਚੁਬਾਰੇ ਮੰਗ ਲਏ। ਚੁਬਾਰੇ ਤਾਂ ਹੁਣ ਤਾਂ ਪੈਣਗੇ ਜੇ ਪੈਸੇ ਆਉਣਗੇ, ਅਮੀਰੀ ਮੰਗ ਲਈ ਇਹਨੇ ਪੈਸਾ ਨਹੀਂ ਮੰਗਿਆ, ਸਿੱਧਾ ਚੁਬਾਰਾ ਮੰਗ ਲਿਆ। ਚੁਬਾਰੇ ਤਾਂ ਪੈਣਗੇ ਤਾਂ ਜੇ ਪੈਸੇ ਆਉਣਗੇ। ਇਹਨੇ ਪੁੱਤ ਨਹੀਂ ਮੰਗਿਆ, ਸਿੱਧਾ ਪੋਤਰਾ ਮੰਗ ਲਿਆ। ਹੁਣ ਪੁੱਤ ਵੀ ਹੋਏਗਾ, ਅਮੀਰੀ ਵੀ ਆਏਗੀ, ਨੂੰਹ ਵੀ ਆਏਗੀ, ਪੋਤਰਾ ਵੀ ਆਏਗਾ। ਚਾਂਦੀ ਦੀ ਮਧਾਣੀ ਨਾਲ ਤੋਈਓ ਦੁੱਧ ਰਿੜਕੂ ਨਾ ਜਿਹਦੇ ਕੋਲ ਪੈਸੇ ਹੋਣਗੇ। ਜਿਹਦੇ ਕੋਲ ਪੈਸੇ ਨਹੀਂ ਉੱਤੋਂ ਤਾਂ ਲੱਕੜ ਦੀ ਨਹੀਂ ਲੈ ਹੁੰਦੀ। ਛੇਵੇਂ ਪਾਤਸ਼ਾਹ ਕਹਿੰਦੇ ਮਾਈ ਤੋਂ ਸਭ ਕੁਝ ਮੰਗਿਆ ਪਰ ਸਭ ਤੋਂ ਕੀਮਤੀ ਚੀਜ਼ ਮੰਗੀ ਹੈ ਜਿਹਦੇ ਕਰਕੇ ਸਾਡਾ ਮਨ ਤੇਰੇ ਤੇ ਪ੍ਰਸੰਨ ਹੈ। ਉਹ ਪਤਾ ਕੀ? ਸਭ ਕੁਝ ਮੰਗ ਕੇ ਤੂੰ ਮੰਗ ਲਿਆ ਮੇਰੀ ਨੂੰਹ ਰਸਨਾ ਤੋਂ ਜਪਜੀ ਦਾ ਜਾਪ ਪੜ੍ਹਦੀ ਹੋਵੇ। ਜਿਹਨੇ ਜਪਜੀ ਸਾਹਿਬ ਮੰਗ ਲਿਆ ਉਹਨੇ ਗੁਰੂ ਨਾਨਕ ਨੂੰ ਮੰਗ ਲਿਆ। ਆਖੋ ਸਤਨਾਮ ਸ੍ਰੀ। ਜਿਹਨੇ ਜਪਜੀ ਸਾਹਿਬ ਮੰਗ ਲਿਆ ਉਹਨੇ ਗੁਰੂ ਨਾਨਕ ਨੂੰ ਮੰਗ ਲਿਆ। ਜਿਹਦੇ ਘਰ ਵਿੱਚ ਜਪਜੀ ਸਾਹਿਬ ਹੈ ਉਹਦੇ ਘਰ ਅੰਦਰ ਦੁੱਖ ਕੱਲ ਕਲੇਸ਼ ਦੀ ਤਪਸ਼ ਨਹੀਂ ਹੋਏਗੀ। ਇਹ ਤੁਸੀਂ ਕੱਲ ਹੀ ਪੜ੍ਹਨੇ ਸਾਧ ਸੰਗਤ। ਆਸਾੜ ਤਪੰਦਾ ਤਿਸ ਲੱਗੇ ਹਰ ਨਾਹ ਨਾ ਜਿਨਾ ਪਾਸ। ਸਭ ਕੁਝ ਪਾਸ ਹੋਵੇ, ਰੱਬ ਦਾ ਨਾਮ ਨਾ ਹੋਵੇ, ਤਪਦੇ ਰਹੋਗੇ। ਮੈਂ ਕਰੋੜਾਂ ਦੀ ਜਾਇਦਾਦ ਵਾਲੇ ਬੰਦੇ ਫਾਹੇ ਲੈ ਕੇ ਮਰਦੇ ਵੇਖੇ ਨੇ। ਕਰੋੜਾਂ ਦੀ ਜਾਇਦਾਦ ਏਦਾਂ ਹੀ ਛੱਡ ਗਏ। ਘਰਾਂ ਵਿੱਚ ਤਪਸ਼ ਹੈ, ਕੱਲ ਕਲੇਸ਼ ਹੈ। ਕਿਉਂ? ਹਰ ਨਾਹ ਨਾ ਜਿਨਾ ਪਾਸ। ਰੱਬ ਦਾ ਨਾਮ ਨਹੀਂ ਹੈ ਕੋਲ, ਬਾਕੀ ਸਭ ਕੁਝ ਕੋਲ ਹੈ। ਇਸ ਲਈ ਜਦੋਂ ਦੁਨਿਆਵੀ ਪਦਾਰਥ ਮੰਗੋ ਗੁਰੂ ਦੇ ਕੋਲੋਂ ਬਾਣੀ ਜ਼ਰੂਰ ਮੰਗ ਲਿਆ ਕਰੋ। ਕਿਉਂ? ਸੁੱਖ ਬਾਣੀ ਨਾਲੇ ਮਿਲਦਾ ਹੈ, ਬਾਕੀ ਚੀਜ਼ਾਂ ਚਾਹੀਦੀਆਂ ਨੇ ਲੋੜ ਲਈ। ਆਸਾੜ ਤਪੰਦਾ ਤਿਸ ਲੱਗੇ ਹਰ ਨਾਹ ਨਾ ਜਿਨਾ ਪਾਸ। ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ। ਬੰਦਿਆਂ ਦੀ ਆਸ ਰੱਖੀ ਹੈ, ਉਹ ਕੰਮ ਆਏਗਾ, ਪੁੱਤ ਧੀਆਂ ਕੰਮ ਆਉਣਗੇ, ਪੈਸਾ ਕੰਮ ਆਏਗਾ। ਪਰ ਪਾਤਸ਼ਾਹ ਨੇ ਬਚਨ ਕਹੇ ਇਹ ਮਨੁੱਖ ਕੀ ਟੇਕ ਬਿਰਥੀ ਸਭ ਜਾਨ। ਦੇਵਨ ਕੋ ਇੱਕ ਹੈ ਭਗਵਾਨ ਜਿਸ ਕੇ ਦੀਏ ਰਹੇ ਅਕਾਏ। ਬੌਰ ਨਾ ਤ੍ਰਿਸ਼ਨਾ ਲੱਗ ਗਏ ਆਏ ਮਾਨਸ ਸੰਧੀ ਆਸ ਵਿਅਰਥ ਹੈ। ਕਰੋਨਾ ਚ ਲੋਕਾਂ ਦੀ ਮਾਨਸ ਦੀ ਆਠ ਵੀ ਟੁੱਟੀ ਹੈ, ਪੈਸੇ ਦੀ ਆਸ ਵੀ ਟੁੱਟੀ ਹੈ ਤੇ ਮਾਫ ਕਰਿਓ ਅਕਲ ਵਾਲੀ ਆਸ ਵੀ ਖਤਮ ਹੋਈ ਹੈ। ਅੱਜ ਜਿਹੜਾ ਕਰੋਨਾ ਦਾ ਦੌਰ ਲੰਘਿਆ ਵੱਡੇ ਵੱਡੇ ਅਕਲਬੰਦ ਬੰਦੇ ਮਰ ਗਏ, ਕਹਿੰਦੇ ਕਹਾਉਂਦੇ ਡਾਕਟਰ ਮਰ ਗਏ। ਜਿਨ੍ਹਾਂ ਲੋਕਾਂ ਨੂੰ ਪਦਮ ਭੂਸ਼ਣ ਪਦਮ ਸ਼੍ਰੀ ਦੇ ਅਵਾਰਡ ਪ੍ਰਾਪਤ ਸੀ ਕਰੋਨਾ ਨਾਲ, ਉਹ ਮਰ ਗਏ। ਅਕਲ ਨਹੀਂ ਕੰਮ ਆਈ ਇੱਥੇ ਕਿਸੇ ਕੋਲ। ਬੇਅਕਲ ਬਹੁਤ ਹੈ, ਉਹ ਬਚ ਗਿਆ ਅਕਲ ਨਾਲ।
अकलां वाले नहीं बचे, जिन्हों रब ने बचाया वो बचे। माफ करियो, पैसा कम नहीं आया। करोड़ों की जायदाद वाले बंदे मैं दिल्ली में स्ट्रेचर ते मरदे वेखे ने, हॉस्पिटल च बैड ही नहीं मिले, पैसा बथेरा कोल, मौके ते ऑक्सीजन नहीं मिली, पैसा कम नहीं आया। तीजी आस सी मानस संधी आस, मेरे मगर बंदे बहुत ने, एक फोन करा मैं 500 बंदा बुला ला, मेरा शरीका बहुत वड्डा है, मेरा परिवार बहुत वड्डा है। माफ करियो, कोई कम नहीं आया। जिउंदियां जी तां नेड़े किसी ने की आउणा सी, मरण तो बाद भी टब्बर नेड़े नहीं आया। तुहाडे कोल वीडियो आ गई ने, दूरों वेखदे रहे, संस्कार हुंदा डॉक्टरां ने कीता, घर दे नहीं नेड़े गए, करोना ना हो जा किते। मानस की आस भी टुट गई। मानस संधी आस दोए भाए विगुची है, गल पई सो जमकी फास, जेहा बीजे सो लुणे, मत्थे जो लिखे आस, रैन बिहानी पछतानी उठ चली गई निराश। हुण सब तो कीमती गल पता की है, जिनको साधु भेटी है, जिन्होंने गुरु मिल गया है, जिन्होंने जपण वाला कोई साधु मिल गया है, उन्हें फिर राह पा दिता है। जिनको साधु भेटी है सो दरगाह हुए खलास, ओनू लिखा नहीं देना पिया, वो दरगाह विच रब ने खलास कर दिता, गुरु ने छड़ा दिते। साधु की संगत मिली, वो दरगाह तक छुट गए, उन्होंने दरगाह विच लिखा नहीं देना पिया। एक छोटी जी गल कह के मैं अपने शब्दों को इतिहास के नेड़े संकुचड़ा, जिंदगी च तुहाडे काम आएगी। भगत महल विच एक कथा आई, कोई गृहस्थी बंदा दिहाड़ी करे, नाम जपण वाला सादा जिहा जीवन, किसी शाहूकार दे दिहाड़ी लग गया। शाम नूं 6 बजे दिहाड़ी खत्म होनी, उन्हें हथ मूँह धोना, बाकी मुलाजम भी समान रख दिंदे सी, हथ मूँह धो लैंदे सी ते कतार विच लग जांदे सी भी साडे पैसे दिओ जी। रोज़ दी रोज़ पैसे मिलते सी। वो जिहड़ा गरीबना जिहा सज्जण है, वो हथ मूँह धोंदा है, उहदे मन च आउंदा भी लाइन विच जरूर खड़ना 15-20 मिनट, एक दूजे तो मोहरे, एक दूजे तो मोहरे खलो रहे ने, मैनू पहला दिहाड़ी दे पैसे मिल जाण, मैं छेती घर जाना है। हर एक बंदे नूं शाम नूं घर जाण दी काहली हुंदी है, पर वो बड़ा सहज वाला सी, संतोख वाला सी, टिकिया होया सी। हथ मूँह धो के उन्हें पासे बह जाना। 8 घंटे दुनिया पुत धीआं दे खाण कमाउण लई मैं काम कीता है, हुण कुछ मिनट उस रब की चाकरी भी कर ला सच्चे दी, उन्हें 20 मिनट बह के परां वाहिगुरू दा रब दा नाम लेना, भगती करनी। जदों सारे ने पैसे ले लेने, उन्हें बाद विच लेने। नाम जपण नाल देखो वडियाई वधदी है। कोई जप के वेख ले, तुसीं 20 दिन सेवा करके वेख लो, लोग तुहानूं हथ जोड़न लग पैणगे, बड़ी सेवा करदे हो जी, साजरे आउंदे हो, रोज़ आउंदे हो जी, इदां हथ जोड़न। उहनूं नाम जपदिआं वडियाई मिलण लग पई। जिहड़ा शाहूकार है वो हुण सारिआं नूं ओए करके बुलाउंदा है, पर उहनूं ओए नहीं कहिंदा, उहनूं अदब नाल कहिंदा, भगत जी आ तुसीं भी अपने पैसे ले लो महाराज, भगत जी अपनी दिहाड़ी ले लो तुसीं भी। थोड़े दिनों बाद उहिओ शाहूकार होर इज्जत देने लग पिया। उन्हें कहा बंदा बंदगी च बैठा है, उठाना नहीं चाहिए, आवाज नहीं देनी चाहिए, सब नूं तनख्वाह दिहाड़ी दे पैसे दे के फिर उहदे कोल चल के आउणा, अदब नाल कहना लो भगत जी अपनी माया ले लो। जी कहन लग पिया। होर 6 महीने साल गुजरे। सेठ शाहूकार ने कहा तू भार ना चुकया कर, तसले ना ढोया कर, तेनू हार्ड कम करन दी लोड़ नहीं है, ऐदां कर तू सारिਆਂ दी हाजरी ला के इत्थे बैठा कर, बस तू नाम जपी चल जो जपदा है, तेरे जपण नाल मेरे कारोबार च बरकत पै रही है, तेरे जपण नाल मेरे कारोबार च सुकून पैदा हो रहा है, तू हाजरी ला के इत्थे बह जा कर। ओनू कम सौखा देता, नाम जपया कम भी सौखा हो गया, वडियाई भी मिल गई। सब तो कीमती गल, वो सेठ शाहूकार बीमार पै गया। थोड़े दिन बीमार होकर बिरध शरीर सी मर गया। जदों सेठ शाहूकार मरिया, रब की दरगाह विच ओदी रूह पेश हुई, उत्थे लिखा मंगिया जाता है। एक कई असी ज्यादा ही हुण पढ़ लिख गए, ये भी कहन लग पिया जग मिठा अगला किने डिठा, खाओ पियो मौज करो, इट ड्रिंक एंड भी। मेरे अगे किहड़ा किसी ने वेख्या नहीं, अगे मेरे गुरु ने वेख्या, उहदे कोलों पुछ लिओ अगे की हुंदा है। आपां नहीं वेख्या अगे, पर जिस गुरु ग्रंथ साहिब जी नूं मत्था टेकिया
उस गुरु ग्रंथ साहब महाराज जी ने कहा, पुन्नी पापी आखण नाहे, कर कर करना लिख ले जाहो, आपे बीज आपे ही खाहो। भाई जो तू बीजे तेनों खाना पैना है। जिस गुरु ग्रंथ साहब महाराज जी गोद बैठे वो कहणगे कि कपड़ रूप सुहावना, छड़ दुनिया अंदर जावना, मंदा चंगा अपना आपे ही कीता पावना, आपे बीज आपे ही खाओ। उत्थे लेखा पुछया जाने, धर्म राहे जब लेखा मंगे। कहने जदों सेठ दी रूह दरगाह च पेश होई ना रब दे, धर्म राज उठ के खड़ा हो गया, बड़े अदब नाल कहा, आओ बैठ आदर शुभ देव, रेरे दरगाह कहना को। बड़े अदब दे नाल ओ सेठ दी रूह नूं पेश किया गया। धर्मराज उठ के खड़ा हो गया, वही खाता खोलिया। सेठ दा कोई पुण्य दान नहीं, सेठ दी कोई भगती नहीं, सेठ दा कोई सेवा सिमरन नहीं। पर धर्मराज ने कांटा मार के कहा, सेठ जन्म मरण तो मुक्त है। हुण वो सेठ पुछदा जी, मैं कोई पुण्य दान नहीं किया, कोई सेवा नहीं की, कोई बंदगी नाम नहीं जपया, मैनू मुक्ति क्यों, मैनू इन्ना अदब सत्कार धर्मराज क्यों? धर्मराज का जवाब सुनियो, उन्हें कहा, सजना तू भगती नहीं की, तू नाम नहीं जपया, पर तेनू दरगाह च अदब पता क्यों मिल रहा सत्कार? तू किसे नाम जपन वाले का सत्कार करता रहा तां तेरा हो रहा है। तू किसे नाम जपन वाले का अदब करता रहा तां तेनू दरगाह विच अदब हो रहा है। यदि गवाही श्री गुरु ग्रंथ साहब महाराज की बाणी की एक पंक्ति नाल हो जाएगी, जिथे पातशाह कहते, नाम ध्यान तिन धन पल्ले, जिनी नाम ते आया, नाम ध्यान तिन धन पल्ले, नानक का धन ही, जे को जियो कहे उन्होंने तां जम की तलब ना होई। जे कोई जपन वाले जी कह के बुला ले, जम भी उन्होंने तलब नहीं कर सकता, धर्म राज भी उन्होंने तलब नहीं करता, जिन्हीं जपन वाले जी कह के बुला लिया। ये जरूरी नहीं भी भज के तुसी गड्डी नूं मत्था टेकना, पैरी हथ लाउणा, नहीं। साधु दे मन की खुशी तुहाडे ते होनी चाहिए। भै भावनी नाल दूरों ही किसी जपन वाले का अदब करो, ओदी एक दृष्टि पै जाए, वो दूरों पाप साड़ सकता है। ये जरूरी नहीं है कि बहुत नेड़े जाने की लोड़ है, तुहाडे अंदर भै भावनी होनी चाहिए। पंजवें पातशाह के घर 8 साल औलाद नहीं हुई, हालांकि गुरु अर्जन देव महाराज प्रतख हर ने, रब ने, सैकड़े लोग दातां लेके जाते, पातशाह के घर औलाद नहीं हुई। 8 साल बाद श्री गुरु अर्जन देव महाराज जी माता गंगा जी नूं पुछदे ने, उदास क्यों हो, जिनको साधु भेटी है सो दरगाह होए खलास। उन्होंने कहा जी नहीं कोई गल नहीं, कहते नहीं क्योंकि घट घट दी जानन वाले ने। फिर हथ जोड़ के कहा जी अज तक महसूस नहीं होया मेरे औलाद नहीं हुई, अज किसी ने मेहना मारे इन्नी गल कही इन्हें अंतरी जाने। एक औरत सब कुछ सुन लेंदी है, पर जे उन्होंने कोई कवे ना इन्हें अंतरी जाने, ये नहीं औलाद होनी, वो सब तो बड़ा दुख महसूस कर। माता गंगा जी ने कहा जी 8 साल मैनू नहीं महसूस होया मेरे औलाद नहीं हुई, अज तक मैनू याद नहीं, अज तक कोई दुख नहीं, पर अज मेरी जठानी ने मेहना मारिया अंतरी जाना है, सब कुछ साडा ही हो जाना है। श्री गुरु अर्जन देव महाराज हस पे, कहने गंगा जी दातां देण वाला वो है, बंदे दे हथ कुछ भी नहीं, जन्म ते मरण ते जोर बंदे दा नहीं है, जोर ना जीवन मरण ने जोर, ये तो दे हथ है। कहते दात चाहिदी हो ते जाओ ब्रह्म ज्ञानी बाबा बुढ़ा साहब की सेवा करो, अरदास कराओ। माफ करियो असी इत्ते भी किंतु परंतु कर देवे, क्यों जी बाबा बुढ़ा साहब कोल कल्लिया, सानू समझाउण वास्ते। वो दुनिया के लोग कुछ भागां विच दात ना भी होवे, जाओ जपन वाले की सेवा करके वेखो गुरु दे कोलों मिल जाती है। ये सानू सिखाउणा सी गुरु ने। बाबा बुढ़ा साहब जी दे कोल कल्लिया,
जाओ प्रशादा छकाओ, उन्होंने सेवा करो। ये बेनती समझो, प्रशादा छकाउण वाले नूं भी पता होवे मैं किवें छकाउणा है, छकण वाले नूं भी पता होवे, अधिकारी होवे मैं प्रशादा छकना है। साध संगत हुण दोवें चीज़ां साडे चों गवाच गईयां ने। गुरु नूं दोष ना दिओ, छकाउण वाले भी जिहड़े ने वो भी किराए ते हो गए, बनाउण वाले भी किराए ते, छकाउण वाले भी किराए ते, भांडे भी किराए ते, डिस्पोजल धोण दी लोड़ नहीं। छकाउण वाले भी नाम नहीं जपदे, जिन्हें बनाउणा है। साध संगत उन्होंने घर च भी वेखो, सामने टैलीविजन चलता है, कोल मोबाइल चलते हैं, रोटी भोजन प्रशादा बनाउंदे 20 बार तुसीं मोबाइल सुनते हो। तो जिहड़ा छकण आउंदा उन्होंने भी नहीं पता भी मैं बाबा बुढ़ा साहब की जगह पर कोई सेवा कर रहे हैं। वो भी साध संगत है, जदों तक तुहाडा प्रशादा नहीं बनता मोबाइल ते गल्लां उन्हां दीयां भी नहीं मुक्कदियां। चल उन्हां दे भी मोबाइल ही रहे बाबियां दे। ਜਿਹੜੇ ग्रंथी आए छकण वास्ते पता उन्होंने भी नहीं भी असीं पंजां च आए, वो भी बाणी नहीं पढ़ते। श्री गुरु अर्जन देव महाराज ने कहा जाओ प्रशादा लेके। पहला माता गंगा जी चले गए, इतिहास ने भी गवाही भरी है। पहले दिन बाबा बुढ़ा साहब ने कहा भुख नहीं है, छकिया ही नहीं, क्योंकि नौकरानी तो तैयार करवाया है, गड्ढे ते बह के गए। श्री गुरु अर्जन देव महाराज जी को मां गंगा कहते जी बाबे बुढ़े ने प्रशादा ही नहीं छकिया, मैं सारा दिन बाबे की भीड़ बह के आ गई, उन्होंने प्रशादा नहीं छकिया। कहते भुख नहीं है, बिना भुख तो खाधा भोजन रोग पैदा करता है। श्री गुरु अर्जन देव महाराज कहते गंगा जी ऐदा नहीं प्रशादा लेके जाईदा, जे किसी जपण वाले नूं छकाउणा है फिर ऐदा छकाईदा है। महाराज किवें? साहब ने कहा पहले पहर उठ के किसी इशनान करना है। अज भी जो किसी को कहीदा ना भी जाओ अरदास बाबा बुढ़ा साहब जी के उत्थे करा के आओ, अगों कहते जी असी कई बार जाए हैं, साडे तां औलाद नहीं हुई। मैं पुछदा हुंदा किन्ने क बजे गए, कहते 11 बजे पहुंच ही गए सी। ये कोई तरीका सेवा करन दा? जे कुछ लेना है भाई नींदा त्यागणियां पैंदियां ने। पहले पहरे फुलड़ा फल भी पछा रात, जो जगन लहन से साई कन्नों दात। जेड़े जागदे भाई उन्होंने मिलता फिर कुछ ऐ थोड़ी भी अपनी नींद 7-8 बजे उठो फिर तिहार करके फिर तुसी 11-12 बजे पहुंचो, जागना पैंदा। पातशाह ने कहा अमृत उठ कर मज्जन करियो, गुरबाणी तब मुकते ररियो। गंगा जी अमृत वेले पहले पैर उठना है, सन के सी इशनान करना है, फिर अपने हथी किसी नूं नहीं नाल लाउणा। अर्ध चणक गो तूम मिलावो, आपे पीसो लियो पकाए। मोट रोट का लवण मेजी तै ऊपर बो कृत को पाए। अपने हथी थोड़े कणक दे दाने थोड़े चनिया दे दाने पीस के आटा बनाउणा है, ਉਹਦੇ 5 प्रशादे बना लियो। प्रशादे थोड़े मिस्से मोटे बनायो, ऊपर मक्खन ला लियो। जदों मिस्से प्रशादे तैयार हो गए, रात का जाग लाया, दुध नूं दही जेड़ा उन्होंने रिड़क के लस्सी बनानी है। दद मथी है दही रिड़को, थोड़ा जल पावो, संगनी छाछ तनक तुर छाए। छाछ मीनंग लस्सी, कहते लस्सी का कटोरा नाल ले लियो, मक्खन निकले ऊपर रख लियो ते तुरन लग्या। 2-3 गंडे सथूल मंगाए, 1-2 प्याज गट्ठे रख लियो। बाबा बुढ़ा साहब जी खुश होके खाते हैं, वो भी नाल रख ले। उस तो बाद पातशाह कहते पाइन नगनो पाइन असलै, निज सिर धर गमनो तिस पास। पैरों च जोड़ा ना पायो। इत्थे तां एसी गड्डियां चाहिदियां सानू, गुरुद्वारे भी एसी चाहिए। मैं कल ही एक जगह ते गया, असी गुरुद्वारे सुधरन वास्ते नहीं आउंदे, असी सुधारन लई आउंदे आ। इत्थे आ भी कमी आ भी कमी, कमियां ही कड्ढण आउंदे आ। कमियां तां अपणियां देखणियां सी। गुरु नानक साहब महाराज का सिद्धांत सी घर घर अंदर धर्मशाल, हर घर गुरुद्वारा बने, धर्मशाल बने। असी धर्मशाल नूं गुरुद्वारे नूं भी घर बनाया होया है। घर वर्गा प्रशादा चाहिए, घर वर्गा एसी ट्रीटमेंट चाहिए, घर वर्गा ही सब कुछ होवे। बच्चे साडे घर वांग ही रौला पाउण, कोई ना रोके, क्योंकि असी गुरुद्वारे नूं भी घर बनाउणा चाहुंदे हां। हालांकि घर नूं गुरुद्वारा बनाउणा सी, अपने आप नूं सुधारना सी। कहंदे पाइन नगन, पैरां च जोड़ा नहीं पाउणा, नंगे पैरी जाने। निज सिर धर गमनो तिस पास,
तज गिनती बिनती बहु भणिए होए किरपाल तब कारज रास। कहते मन च ये विचार अंदर बेनती करते जाओ, मैं दात मंगण चली है, ये ना चित्त विच लियाओ बाबा बुढ़ा साडे घर दा सेवादार हो, तुहानू हथ जोड़ दे नमस्कार कर दे, पर चित्त विच ये सोचो बाबे बुढ़े च गुरु नानक वसदा है, तुसीं गुरु नानक कोलों कुछ मंगण चले हो, बस यही मन च बेनती रखनी। महाराज सत वचन कहते कारज रास होएगा, ये वचन गुरु अर्जन देव महाराज दा। चले गए, अज कहना नहीं पिया प्रशादा छक लो, अज दूरों ही हथ चों रंबा दाती छड्ड के हथ धो के कहंदे मां भुख बड़ी लगी है, सिर तो छाबा लाया, गंढा खोलिया, प्रशादे दो विचों चुक ले, जदों नजर पई गंढा पिया विच, प्याज गंढा चुकदियां सार बाबे बुढ़े ने गराही तोड़ के मुख विच पाई, गंढा भंदियां खुश होके कहा मां गंगा आ कुछ गुरु नानक दे घरों तुहानू प्राप्त होएगा। गंढा भंदियां सार भाई संतोख सिंह जी लिखदे, कहंदे बाबा बुढ़ा साहब बोले जथा सो कंदक में अब फोरे, कंदक मीना गट्ठा, कहते जिवें गंढा भन्ने जथा सो कंदक में अब फोरे, तिम मुगलन के फोरे शीस, मीरी अर पीरी जुगतारे, नाम सो हर गोबिंद जगदीश। मीरी पीरी दियां दो किरपाना पाएगा, जुल्म करन वाले मुगलों का मुंह ऐ गंढे की तरह भंदेगा, ओदा नाम धन श्री गुरु हरगोबिंद साहब होएगा। 10 महीने पहला नाम रखता बाबा बुढ़ा साहब ने, एक करामात नहीं तो होर की है। 10 महीने पहला नाम रखे। दो इतिहास में करामाता हुई, एक श्री गुरु रामदास महाराज जी ने मालवे दे चौधरी भाई आदम नूं पुत्र की दात दे के कहा सी, जा पुत्र होएगा नाम भाई आदम रखी, नाम भाई भगतू रखी। भाई आदम तेरे पुत्र का नाम भाई भगतू होएगा, जन्म तो पहला नाम रख दिता। आ दूजी बार होए 10 महीने पहले ही बाबे बुढ़े ने नाम रख के गया गुरु हरगोबिंद साहब ओदा नाम होएगा। मीरी अर पीरी जो बता रहे नाम सो हर गोबिंद जगदीश। फिर 10वीं मासी बालक जन्म लिया, मिटया सोग महा आनंद थिया। अखीर ते गुरु अर्जन देव महाराज ने कहा गुज्जी छन्नी नाही बात, गुरु नानक तुठा किन्नी दात। पर साध संगत हर कर्म में सानू गुरु ने यह मत दी है, तुसीं कहना है गुर प्रसाद गुरु की कृपा नाल। आषाढ़ सुहन दा तिस लगा, जिस मन हर चरण निवास, ਉਹਦੇ ਲਈ ਤਪਸ਼ਾਂ भी सोहणियां हो जानियां, दुख भी सुखां विच बदल जाते, जिन्हां दा मन नाम विच निवास करता है। सतगुर दे प्रकाश पुरब दीयां लख लख वधाइयां। एक बेनती मैं हर समागम विच कीती है, तुहानूं बीबीओ बेनती है, वैसे महापुरुष करते रहिंदे ने, बहुत प्यार वाले ने, देश विदेश विच संगतां नूं जोड़दे ने, बाहरलियां कंट्रियां विच भी अस्थान बने ने। साधु की ड्यूटी है भाई। एक चीज़ मैं कई बार कहना हुन्ना, किसी संत नूं नाम दान देण दा अधिकार नहीं है। संत नूं रब वालों ऑथोराइज है, प्रमाणित किया होया है। पता किस काम लई? नाम जपाउण वास्ते। मैं तुहानूं सतनाम वाहिगुरू जपावां इन्ना असर नहीं होना, पर जिन्हों रब ने प्रमाणित करके संत नूं ऑथोराइज किया है, ਉਹਦਾ एक बार जपाया होया वाहिगुरू नाम भी किसी के करोड़ों पाप साड़ दिंदा है, क्योंकि ऑथोराइज है। सिग्नेचर तुहानूं भी करने आउंदे ने, मैनूं भी करने आउंदे ने, पर तुसीं नोटरी टेस्ट कर दोगे। जिहड़ा सरकार वालों ऑथोराइज अफसर है, गजटेड अफसर है, ਉਹਦੇ सिग्नेचर फोटो कापियां नूं भी असल इमिग्रेशन में मन्निया जाता है। कदों जदों उन्हें मोहर लग के सिग्नेचर करते, ऑथोराइज है, प्रमाणित किया होया है, गजटेड अफसर है, ਉਹਦੇ लिखे हुए सैन किते सिग्नेचर चलते हैं। इदा हर बंदा नाम नहीं जपा सकता। पातशाह ने कहा प्रमाणित है रब वालों, कौन कबीर सेवा को दोए भले, एक संत एक राम, राम जो दाता मुकत को संत जपावे नाम। संत की ड्यूटी है नाम जपाउण दी। वो किसी नूं एक बार कह दे भाई नाम जपया करो, साध संगत ਉਹਦੇ ਨਾਲ ही कर्म बदल जाते।
ਤੁਹਾਨੂੰ ਬੇਨਤੀ ਹੈ, ਆਪਣੇ ਘਰਾਂ ਵਿੱਚ ਨਾਮ ਦਾ ਜਾਗ ਲਾਓ।